जॉर्ज साहब आज टिकटॉक से काफी फेसबुक से गलबात हो रही है जो डंप ट्रकों की जो स्ट्राइक हाले भी जारी है जी। कई तो चलो अपने मजबूरी उन्होंने अपने कमां कारां ते जाना पै जाए, परंतु कईयां दे घर दे सामने बड़ी बेइज्जती वाली गल है जी कि ये हो रहा जी। कई तो वेल नोन लोग ने। सिचुएशन कुछ इसे तरह की है जी भी क्योंकि एक इंडस्ट्री है ये डंप ट्रकिंग ਦੀ ਇਹ ਐਸੋਸੀਏਸ਼ਨਸ ਵੀ ਬਕਾਇਦਾ ਤੌਰ 'ਤੇ ਹਨ। ਉਹਦੇ ਵਿੱਚ ਫਿਰ ਜਦੋਂ ਮਹਿਸੂਸ ਕੀਤਾ ਜਾਂਦਾ ਜੀ ਵੀ ਇੱਕ ਬਿਗਰ ਗਰੁੱਪ ਦੇ ਵੱਲੋਂ ਵੀ ਕੰਮ ਕਰਕੇ ਵੀ ਉਹ ਕੰਮ 'ਤੇ ਦੇਖੋ ਤਿਆਰ ਹੋ ਕੇ ਵੀ ਜਾਣਾ, ਆਪਣੇ ਦਿਨ ਭਰ ਨੂੰ ਪਲਾਨ ਕਰਕੇ ਜਾਣਾ, ਕਈ ਵਾਰੀ ਤਾਂ ਆਪਣਾ ਪ੍ਰਸ਼ਾਦਾ ਪਾਣੀ ਵੀ ਘਰੋਂ ਲੈ ਕੇ ਜਾਣਾ, ਟਰੱਕ ਆਪਣੀ ਗੱਡੀ ਲੈ ਕੇ ਜਾਣਾ, ਉਹਦੀਆਂ ਕਿਸ਼ਤਾਂ ਵੀ ਹੈਗੀਆਂ, ਉਹਦੇ ਖਰਚੇ ਨੇ। ਪਰ ਅਰਸ਼ ਜਦੋਂ ਕਰ ਕਰਾ ਕੇ ਜਾਣੀ ਸ਼ਾਮਾਂ ਨੂੰ ਜਾਂ ਦੇਰ ਰਾਤ ਨੂੰ ਮੁੜਨਾ ਆ ਤੇ ਉਹਨਾਂ ਨੇ ਕੈਲਕੂਲੇਟ ਕਰਨਾ ਵੀ ਕੀ ਖੱਟ ਕੇ ਲਿਆਂਦਾ ਤੇ ਫਿਰ ਹੋ ਜਾਂਦਾ ਵੀ ਜੀ ਮੈਂ ਤਾਂ ਜੇਬ ਚੋਂ ਪਾ ਲਿਆ $100 ਵੀ ਮੈਂ ਖੱਟ ਕੇ ਤਾਂ ਕੀ ਲਿਆਉਣਾ ਸੀ, ਵੀ ਮੈਂ ਤਾਂ ਪੱਲਿਓ ਨਾਲੇ ਆਪਣਾ ਟਰੱਕ ਵੀ ਭੰਨਿਆ ਨਾਲੇ ਆਪਣੀ ਦਿਹਾੜੀ ਲਾਈ। ਤੇ ਜਾਣੀ ਕਿ ਵੋਲੰਟੀਅਰਿੰਗ 'ਚ ਵੀ ਹੁੰਦਾ ਵੀ ਬੰਦਾ ਚਲੋ ਉੱਥੋਂ ਖਾ ਪੀ ਕੇ ਆਉਂਦਾ ਵੀ ਮੁਫਤ ਦੇ ਵਿੱਚ, ਜੇ ਕੁਛ ਉਹਨਾਂ ਨੂੰ ਉੱਥੋਂ ਮਿਲਦਾ ਨਹੀਂ ਤੇ ਕੁਛ ਦੇਣਾ ਵੀ ਨਹੀਂ ਪੈਂਦਾ ਪੱਲਿਓਂ। ਪਰ ਇਹ ਤੇ ਵੋਲੰਟੀਅਰ ਦੇ ਨਾਲੋਂ ਵੀ ਜਾਣੀ ਕਿ ਆ ਗੁਜ਼ਰਿਆ ਕੰਮ ਵੀ ਨਾਲੇ ਉਹਨਾਂ ਲਈ ਕੰਮ ਕਰੋ ਤੇ ਨਾਲੇ ਪੱਲਿਓਂ ਘਾਟਾ ਪਾ ਕੇ ਘਰ ਨੂੰ ਮੁੜਿਆਓ। ਹਾਂਜੀ, ਸੋ ਉਸ ਲਿਹਾਜ਼ ਨਾਲ ਹੀ ਇਹ ਹੈ ਜੀ ਵੀ ਫਿਰ ਆਪਣੀ ਸਾਰੀ ਸਿਚੁਏਸ਼ਨ ਨੂੰ ਕੈਲਕੂਲੇਟ ਕਰਕੇ ਇਹਨਾਂ ਨੇ ਮਹਿਸੂਸ ਕੀਤਾ ਵੀ ਇਹਦੇ ਨਾਲੋਂ ਤੇ ਫਿਰ ਟਰੱਕ ਖੜੇ ਹੀ ਚੰਗੇ ਆ। ਤੇ ਖੜਿਆਂ ਦਾ ਥੋੜ੍ਹਾ ਬਹੁਤਾ ਚਲੋ ਨੁਕਸਾਨ ਜ਼ਿਆਦਾ ਹੁੰਦਾ ਪਰ ਟੁੱਟ ਭੱਜ ਤੋਂ ਤੇ ਬਚਾ ਰਹਿੰਦਾ ਨਾ। ਪਰ ਉਹਦੇ ਨਾਲ ਹੀ ਵੀ ਜੇ ਉਹਨਾਂ ਨੂੰ ਲੱਗੇ ਵੀ ਇੱਕ ਸੈਕਸ਼ਨ ਆ ਜਿਹੜਾ ਜੀ ਵੀ ਉਹ ਜੇ ਕੋਆਪਰੇਟ ਕਰਨ ਤਾਂ ਸਾਡਾ ਜਿਹੜਾ ਜੀ ਵੀ ਇਹ ਐਜੀਟੇਸ਼ਨ ਆ ਇਹ ਜਲਦੀ ਕੋਈ ਰੈਜ਼ੋਲੂਸ਼ਨ ਨਿਕਲ ਸਕਦਾ, ਜਿਹਦੇ ਕਰਕੇ ਹੀ ਫਿਰ ਉਹ ਹੋਰ ਸਪੋਰਟ ਜਾਂ ਕਹ ਲਓ ਵੀ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦੇ ਨਾਲ ਵੀ ਆਪਣੀ ਟਰੱਕਿੰਗ ਕਮਿਊਨਿਟੀ ਦੇ ਵਿੱਚ ਹੀ ਹੋਰ ਸਪੋਰਟ ਦੇ ਲਈ ਇਹ ਜਿਹੜਾ ਡੈਮੋਨਸਟ੍ਰੇਸ਼ਨਸ ਆ ਪ੍ਰੋਟੈਸਟ ਆ ਉਹ ਦੇਖੇ ਗਏ। ਕੁਝ ਇੱਕ ਬਿਜ਼ਨਸ ਲੋਕੇਸ਼ਨਸ 'ਤੇ ਵੀ ਇੱਥੇ ਜਿਹੜਾ ਘਰਾਂ ਦੇ ਅੱਗੇ ਜਾਣੀ ਕਿ ਇੱਥੇ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਨਵਾਂ ਸੱਭਿਆਚਾਰ ਕਲਚਰ ਪੈਦਾ ਕੀਤਾ ਵੀ ਜਿਹੜਾ ਆਪਣਾ ਇੰਪਲੋਇਰ ਆ ਜਾਂ ਜਿਹਦੇ ਨਾਲ ਆਪਾਂ ਨੂੰ ਜਾਣੀ ਕੋਈ ਪਰੇਸ਼ਾਨੀ ਆ ਵੀ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਪ੍ਰੋਟੈਸਟ ਆ ਜਿਹੜੇ ਕਰਨੇ ਆ। ਉਸ ਕੜੀ ਦੇ ਵਿੱਚ ਵੀ ਜਾਣੀ ਪ੍ਰੋਟੈਸਟ ਜਿਹੜੇ ਹੋਏ ਤੇ ਕੁੱਲ ਮਿਲਾ ਕੇ ਫਿਰ ਇਹ ਆ ਜੀ ਵੀ ਸ਼ਾਮ ਤੱਕ ਜਾਣੀ ਇਹ ਪਤਾ ਲੱਗਾ ਸੀਗਾ ਵੀ ਥੋੜ੍ਹੀ ਸਪੋਰਟ ਉਹਨਾਂ ਨੂੰ ਵੱਧ ਮਿਲੀ ਆ ਵੀ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਅਵੇਅਰਨੈਸ ਪੈਦਾ ਕਰਨ ਦਾ ਇਹ ਫਾਇਦਾ ਹੋਇਆ ਵੀ ਕੁਝ ਜਿਹੜੇ ਲੋਕ ਨਹੀਂ ਸੀ ਸਾਥ ਦੇ ਰਹੇ ਉਹ ਸਾਥ ਦੇਣ ਨੂੰ ਰਾਜੀ ਹੋ ਗਏ। ਸੋ ਚਲੋ ਜੀ ਵੀ ਇਹ ਸਿਚੁਏਸ਼ਨ ਦੇ ਵਿੱਚ ਵਾਇਲੈਂਸ ਨਹੀਂ ਹੋਣੀ ਚਾਹੀਦੀ, ਨਾ ਕਿਸੇ ਨੂੰ ਕੋਈ ਮੰਦੇ ਬੋਲ ਬੋਲੇ ਹੋਣੇ ਚਾਹੀਦੇ ਆ ਵੀ ਜੇ ਜਾਣੀ ਪ੍ਰੋਟੈਸਟ ਕਰਨਾ ਆਪਣੀ ਆਜ਼ਾਦੀ ਆ ਤੇ ਪ੍ਰੋਟੈਸਟ ਦੇ ਵਿੱਚ ਮਤਲਬ ਵੋਲੰਟੀਅਰ ਹੋ ਕੇ ਸਪੋਰਟ ਕਰਨਾ ਇਹ ਹਰ ਇੱਕ ਭੈਣ ਭਰਾ ਦਾ ਚਲੋ ਫਰਜ਼ ਵੀ ਬਣਦਾ। ਪਰ ਜੇ ਕਿਸੇ ਦਾ ਦਿਲ ਨਹੀਂ ਵੀ ਮੰਨਦਾ ਤੇ ਕੋਈ ਜ਼ਬਰਦਸਤੀ ਨਹੀਂ ਆ, ਹੈ ਨਾ। ਪਰ ਦੂਸਰੇ ਪਾਸੇ ਇਹ ਆ ਵੀ ਜਿੰਨਾ ਚਿਰ ਯੂਨਿਟੀ ਨਹੀਂ ਹੁੰਦੀ ਇੱਕ ਸੈਕਟਰ ਦੇ ਵਿੱਚ ਡਿਮਾਂਡ ਕਰ ਰਹੇ ਕੁਝ ਵਰਕਰਸ ਦੇ ਵੱਲੋਂ ਲੋਕਾਂ ਦੇ ਵੱਲੋਂ ਵੀ ਆਹ ਸਾਡੀਆਂ ਡਿਮਾਂਡਸ ਹੈਗੀਆਂ ਵੀ ਜੇ ਅੱਧ ਪਚੱਧ ਜਾਣੀ ਕਿ ਵੀ ਨਹੀਂ ਉਹਦੇ ਵਿੱਚ ਐਗਰੀ ਤੇ ਫਿਰ ਉਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਲੱਗਦਾ ਵੀ ਇਹ ਸ਼ਾਇਦ ਉਨੀ ਵੱਡੀ ਕੋਈ ਇਹਨਾਂ ਦੀ ਮੰਗ ਨਹੀਂ ਹੈਗੀ, ਹੈ ਨਾ। ਸੋ ਸੀਰੀਅਸਨੈਸ ਤਦ ਬਣਦੀ ਆ ਜਦ ਜਿਹੜਾ ਪ੍ਰੋਟੈਸਟ ਇੱਕ ਇੰਡਸਟਰੀ ਦੇ ਵਿੱਚ ਜਾਣੀ ਯੂਨਿਟੀ ਦੇ ਨਾਲ ਹੋਵੇ। ਸੋ ਉਸ ਯੂਨਿਟੀ ਦੀ ਜਿਹੜੀ ਘਾਟ ਰੜਕਦੀ ਸੀ ਜਿਹਦੇ ਕਰਕੇ ਵੀ ਲੱਗਿਆ ਅੱਜ ਇਹਦੇ 'ਤੇ ਕੰਮ ਕੀਤਾ ਗਿਆ ਥੋੜ੍ਹਾ ਅਗਰੈਸਿਵਲੀ ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੋਈ ਹੱਲ ਜਿਹੜਾ ਜੀ ਵੀ ਉਹ ਨਿਕਲੇ। ਪਰ ਇਹ ਡੰਪ ਟਰੱਕ ਜਿਹੜੇ ਜੀ ਪਾਰਕ ਕੀਤੇ ਹੋਏ ਆ ਓਨਟਾਰੀਓ ਖਾਲਸਾ ਦਰਬਾਰ ਉਹ ਸਟ੍ਰਾਈਕ ਜਿਹੜੀ ਆ 18 ਮਾਰਚ ਤੋਂ ਚੱਲ ਰਹੀ ਹੈ ਜੀ। ਜੋਬ ਸਾਹਿਬ ਇੰਡੀਅਨ ਕੌਂਸਲ ਜਨਰਲ ਥੋੜੀ ਬਹੁਤ ਗੱਲਬਾਤ ਕਰ ਲਈ ਆਪਾਂ, ਇੱਕ ਹੋਰ ਕੈਂਪ ਲੱਗ ਰਿਹਾ ਜੀ ਉਹਦੇ ਬਾਰੇ ਤੁਸੀਂ ਕੋਈ ਵੇਰਵਾ ਦੇਣਾ ਚਾਹੋ ਜਿਹਨਾਂ ਨੇ ਵੀ ਲਾਸਟ ਕੈਂਪ ਅਸੀਂ ਹਿੰਦੂ ਹੈਰੀਟੇਜ ਸੈਂਟਰ ਸੀ ਮੰਦਿਰ ਦੇ ਵਿੱਚ ਤੇ ਹੁਣ ਇੱਕ ਹੋਰ ਕੈਂਪ ਲਾ ਰਹੇ ਨੇ ਜੀ। ਬਿਲਕੁਲ ਅਰਸ਼, ਜਦੋਂ ਇਹ ਕੈਂਪ ਲੱਗਦੇ ਆ ਕਾਫੀ ਉਹਦੇ ਵਿੱਚ ਵਿਜ਼ਿਟ ਕੀਤਾ ਜਾਂਦਾ, ਲੋਕਾਂ ਵੱਲੋਂ ਰਸ਼ ਹੁੰਦਾ ਤੇ ਫਿਰ ਕਈ ਵਾਰੀ ਜਾਣੀ ਕਿ ਕਾਫੀ ਸਾਰੀਆਂ ਇਨਕੁਆਇਰੀਜ਼ ਡਿਮਾਂਡਸ ਹੁੰਦੀਆਂ ਔਨ ਗੋਇੰਗ ਲਿੰਗਰਿੰਗ ਕਾਫੀ ਲੰਬੇ ਸਮੇਂ ਤੋਂ ਕੋਈ ਇਸ ਤਰ੍ਹਾਂ ਦੇ ਮਸਲੇ ਇਸ਼ੂਜ਼ ਹੁੰਦੇ ਆ ਜਿਹੜੇ ਕਿ ਪਾਸਪੋਰਟ ਨਾਲ OCI ਨਾਲ ਲਾਈਫ ਸਰਟੀਫਿਕੇਟ ਨਾਲ ਸਰੈਂਡਰ ਸਰਟੀਫਿਕੇਟ ਦੇ ਨਾਲ ਤਾਂ ਰਹਿੰਦੇ ਹੀ ਆ, PCC ਦੇ ਨਾਲ ਜਿਹੜਾ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੋਣ ਅਟੈਸਟੇਸ਼ਨਸ ਹੁੰਦੀਆਂ ਮੁਖਤਿਆਰਨਾਮਾ ਪਾਵਰ ਆਫ ਅਟਰਨੀ ਉਹ ਸਭ ਕੁਝ ਵੀ ਉਹਦੇ ਲਈ ਜਾਣੀ ਫਿਰ ਔਨ ਦਾ ਡੋਰ ਸਟੈਪ ਆ ਕੇ ਵੀ ਐਪਲੀਕੇਸ਼ਨ ਉਹ ਲੈ ਸਕਣ ਜਾਂ ਫਿਰ ਉਹ ਟੈਸਟ ਮੌਕੇ 'ਤੇ ਹੀ ਕਰ ਸਕਣ, ਖਾਸ ਤੌਰ 'ਤੇ ਲਾਈਫ ਸਰਟੀਫਿਕੇਟ ਹੋਵੇ ਜਾਂ ਫਿਰ ਪਾਵਰ ਆਫ ਅਟਰਨੀ ਜਾਂ ਕੋਈ ਹੋਰ ਡਾਕੂਮੈਂਟ ਅਟੈਸਟ ਕਰਾਉਣਾ ਆ ਜਾਂ ਫਿਰ ਸਰੈਂਡਰ ਸਰਟੀਫਿਕੇਟ ਦੀ ਐਪਲੀਕੇਸ਼ਨ ਆ। ਇਹ 3 ਸਰਵਿਸਿਜ਼ ਇਹੋ ਜਿਹੀਆਂ ਜਿਨ੍ਹਾਂ ਨੂੰ ਵੀ ਜੇ ਫਰਜ਼ ਕੀਤਾ ਮੌਕੇ 'ਤੇ ਨਹੀਂ ਕਰਦੇ ਤੇ ਫਿਰ ਜੇ ਐਪਲੀਕੇਸ਼ਨ ਕੰਪਲੀਟ ਹੋਵੇ ਤੇ ਜਿਹੜੀ ਐਪਲੀਕੇਸ਼ਨਸ ਦੇ ਨਾਲ ਰਿਕਵਾਇਰਡ ਡਾਕੂਮੈਂਟੇਸ਼ਨ ਆ ਵੀ ਉਹ ਲੈ ਕੇ ਲੋਕ ਕੈਂਪ ਦੇ ਵਿੱਚ ਪਹੁੰਚ ਜਾਣ ਤੇ ਫਿਰ ਜਿਹੜਾ ਜੀ ਉੱਥੇ ਐਪਲੀਕੇਸ਼ਨ ਮੌਕੇ 'ਤੇ ਐਕਸੈਪਟ ਕਰ ਲਈ ਜਾਂਦੀ ਆ। ਫਿਰ ਕਹਿ ਲਓ ਵੀ
ਜਾਣ ਦੀ BLS ਲੋੜ ਨਹੀਂ ਰਹਿੰਦੀ, ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਰਹਿੰਦੀ। ਸੋ ਕੈਂਪ ਦਾ ਇੰਨਾ ਕੁ ਬੈਨੀਫਿਟ ਹੈਗਾ। ਇਹਦੇ ਨਾਲ ਹੀ ਵੀ ਬਹੁਤ ਸਾਰੇ ਹੁਣ ਜਿੱਦਾਂ OCI ਦੀ ਬਹੁਤ ਸਾਰੇ ਵੱਡੀ ਤਾਦਾਦ ਦੇ ਵਿੱਚ ਲੋਕ ਅਪਲਾਈ ਕਰ ਰਹੇ ਆ। ਫਿਰ ਜਿੱਦਾਂ ਪਿਛਲੇ ਦਿਨੀ ਆਪਾਂ ਇਹ ਡਿਵੋਰਸ ਦੇ ਸਿਲਸਿਲੇ ਦੇ ਵਿੱਚ ਆਇਆ ਹੋਇਆ ਇਸ਼ੂ ਜਿਹੜਾ ਡਿਸਕਸ ਕੀਤਾ ਸੀਗਾ, ਬਹੁਤ ਸਾਰੇ ਲੋਕ ਜਿਹੜੇ ਰੈਫਿਊਜੀ ਪੱਕੇ ਹੋਏ, ਉਹਨਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆ ਵੀ ਸਾਡਾ ਕੋਈ ਪ੍ਰੋਸੈਸ ਕੋਈ ਸਪੈਸ਼ਲ ਆ ਜਾਂ ਅਸੀਂ ਕਿਵੇਂ ਅਪਲਾਈ ਕਰੀਏ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਐਰੀਜ਼ ਹੈਗੀਆਂ ਉਹ ਵੀ ਆਪਣੀ ਪ੍ਰੋਪਰ ਪ੍ਰੈਪਰੇਸ਼ਨ ਦੇ ਨਾਲ, ਜੋ ਵੀ ਲੋਕ ਉੱਥੇ ਟਾਈਮ ਵੇਸਟ ਨਹੀਂ ਆਪਣਾ ਤੇ ਉਹਨਾਂ ਦਾ ਕਰਨਾ, ਵੀ ਲਾਈਨ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਲੱਗੇ ਹੁੰਦੇ ਨੇ ਤੇ ਜੇ ਅੱਧੇ ਵਿੱਚ ਅੱਧੇ ਤਿਆਰ ਹੋ ਕੇ ਗਏ ਵੀ ਐਵੇਂ ਕੋਈ ਕੱਚ ਘਰਟ ਸਵਾਲ ਹੀ ਕੀਤਾ ਤੇ ਟਾਈਮ ਤੁਹਾਡਾ ਵੀ ਖਰਾਬ ਹੋਇਆ। ਤੁਹਾਡਾ ਜੇ ਆਪਾਂ ਵਿਹਲੇ ਹੋਏ ਤੇ ਫਿਰ ਕੋਈ ਏਡੀ ਗੱਲ ਨਹੀਂ ਆ, ਪਰ ਉਹ ਲੋਕ ਵਿਹਲੇ ਨਹੀਂ ਹੈਗੇ ਜਿਹੜੇ ਅੱਗੋਂ ਉੱਥੋਂ ਕੌਂਸੂਲੇਟ ਤੋਂ ਵੀ ਸਮਾਂ ਕੱਢ ਕੇ ਆਉਣਾ, ਜਾਂ ਖਾਸ ਤੌਰ ਤੇ ਜਿਹੜੇ ਲੋਕ ਹੋ ਸਕਦਾ ਜੀ ਵੀ ਵੀਕਐਂਡ ਤੇ ਆਪਣਾ ਸਮਾਂ ਛੱਡ ਕੇ ਉੱਥੇ ਆਪਣਾ ਕੰਮ ਕਰਾਉਣ ਗਏ ਹੋਣ ਤੇ ਉਹਦੇ ਵਿੱਚ ਐਵੇਂ ਜੇ ਬੇਲੋੜੇ ਹੀ ਜਾ ਕੇ ਲੋਕ ਇਕੱਠੇ ਹੋਏ ਹੋਣ ਤੇ ਫਿਰ ਉਹਦੇ ਨਾਲ ਜੀ ਵੀ ਉਹ ਜਿਹੜੀ ਕੀਮਤੀ ਸਮਾਂ ਕਾਫੀ ਖਰਾਬ ਹੁੰਦਾ। ਸੋ ਇਸ ਕਰਕੇ ਵੀ ਜੇ ਵਾਕਈ ਕਿਸੇ ਦਾ ਜੈਨੂਅਨ ਕੁਐਰੀ ਹੋਵੇ, ਲਿੰਗਰਿੰਗ ਕੋਈ ਇਸ਼ੂ ਹੋਵੇ, ਮੌਕੇ ਤੇ ਹੋ ਸਕਦਾ ਬਹੁਤ ਸਾਰੀਆਂ ਜਿਹੜੀਆਂ ਉਹ ਇਸ਼ੂਜ਼ ਹੋਣ, ਉਹ ਮਤਲਬ ਜੇ ਐਪਲੀਕੇਸ਼ਨਸ ਸਪੈਸ਼ਲੀ ਅਧੂਰੀਆਂ ਹੈਗੀਆਂ ਤੇ ਫਿਰ ਨਹੀਂ ਉਹ ਐਕਸੈਪਟ ਕਰਦੇ, ਪਰ ਲੇਕਿਨ ਕਿ ਵੀ ਜੇ ਕੋਈ ਜੈਨੂਅਨ ਗੱਲ ਉਹਨਾਂ ਨੂੰ ਨਜ਼ਰ ਆਉਂਦੀ ਹੋਵੇ, ਜਿੱਦਾਂ ਕਿ ਫਰਜ਼ ਕੀਤਾ ਵੀ ਡਿਵੋਰਸ ਦੇ ਸਿਲਸਿਲੇ ਦੇ ਵਿੱਚ ਕੋਈ OCI ਨਹੀਂ ਅਪਲਾਈ ਕਰ ਪਾ ਰਹੇ, ਖਾਸ ਤੌਰ ਤੇ ਜਿਹੜਾ ਵਨ ਸਾਈਡਡ ਡਾਈਵੋਰਸ ਹੈਗਾ ਜਾਂ ਐਕਸ ਪਾਰਟੀ ਡਾਈਵੋਰਸ ਜਿਹਨੂੰ ਕਹਿੰਦੇ ਨੇ, ਸੋ ਉਹਦੇ ਵਿੱਚ ਐਜ਼ ਲੌਂਗ ਐਜ਼ ਜੇ ਫਿਰ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਐਕਸਪਲੇਨੇਸ਼ਨ ਦਿੱਤੀ ਜਾ ਸਕੇ ਵੀ ਫਰਜ਼ ਕੀਤਾ ਵਿਆਹ ਹੀ ਜੀ ਕੈਨੇਡਾ ਦੇ ਵਿੱਚ ਹੋਇਆ ਸੀਗਾ, ਦੋਨੋਂ ਜਿਹੜੀਆਂ ਧਿਰਾਂ ਉਹ ਕੈਨੇਡਾ 'ਚ ਹੀ ਹਨ, ਸੋ ਇੰਡੀਅਨ ਕੋਰਟਸ ਦੀ ਉਹਦੇ ਵਿੱਚ ਕੋਈ ਜੂਰਿਸਡਿਕਸ਼ਨ ਜਿਹੜੀ ਲਾ ਦੀ ਨਹੀਂ ਬਣਦੀ, ਇੱਦਾਂ ਦੀ ਗੱਲ ਜਿਹੜੀ ਆ ਵੀ ਮੌਕੇ ਤੇ ਜੋ ਉਹਨਾਂ ਨੂੰ ਸਮਝਾਈ ਜਾ ਸਕੇ ਤੇ ਐਪਲੀਕੇਸ਼ਨ ਕਹਿ ਲਓ ਵੀ ਸਬਮਿਟ ਕਰਾਉਣ ਦਾ ਕੋਈ ਰਾਹ ਖੁੱਲ੍ਹ ਸਕਦਾ। ਸੋ ਇਸ ਤਰ੍ਹਾਂ ਦੇ ਜਿਹੜੇ ਜੈਨੂਅਨ ਇਸ਼ੂਜ਼ ਹੋਣਗੇ ਮਤਲਬ ਉਹ ਐਡਰੈਸ ਇਸ ਤਰ੍ਹਾਂ ਦੇ ਕੈਂਪ ਦੇ ਵਿੱਚ ਹੁੰਦੇ ਨੇ, ਜਿਹਦੇ ਕਰਕੇ ਵੀ ਲੋਕਾਂ ਦੀ ਸੀਗੀ ਡਿਮਾਂਡ ਵੀ ਜਿਹੜਾ ਕੈਂਪ ਆ ਵੀ ਉਹ ਕਾਫੀ, ਕਿਉਂਕਿ ਟੋਰਾਂਟੋ ਡਾਊਨਟਾਊਨ ਜਾਣਾ ਔਖਾ ਹੈ, ਅਪਾਇੰਟਮੈਂਟ ਵੀ ਨਹੀਂ ਮਿਲਦੀ, ਲਾਈਨਾਂ ਲੱਗਦੀਆਂ, ਸਭ ਕੁਝ ਵੀ ਇੱਥੇ ਜੇ ਲੋਕਲੀ ਆ ਕੇ ਜਾਣੀ ਕਿ ਉਹ ਸਰਵਿਸ ਦੇ ਸਕਣ। ਤੇ ਹੁਣ ਆਪਾਂ ਦੇਖ ਲਏ ਹਾਂ ਵੀ ਪਿਛਲੇ 2 ਮਹੀਨਿਆਂ ਦੇ ਦੌਰਾਨ 2 ਕੈਂਪ ਲੱਗੇ ਤੇ ਅਪ੍ਰੈਲ ਦੇ ਵਿੱਚ ਇਹ ਤੀਜਾ ਹੋ ਜਾਏਗਾ। ਇਹ ਹੁਣ ਧਾਰਮਿਕ ਸਥਾਨ ਦੇ ਵਿੱਚੋਂ ਬਾਹਰ ਕੱਢ ਕੇ ਕੈਂਪ ਲਾਇਆ ਜਾ ਰਿਹਾ ਜੀ। ਪਹਿਲਾਂ ਗੁਰਦੁਆਰਾ ਤੇ ਮੰਦਰਾਂ ਦੇ ਵਿੱਚ ਆਮ ਤੌਰ ਤੇ ਲੱਗਦਾ ਰਿਹਾ, ਹੁਣ ਇਹ ਜਿਹੜਾ ਕੈਂਪ ਆ ਜੀ ਵੀ ਬਰੈਂਪਟਨ ਦੇ ਵਿੱਚ 23 ਅਪ੍ਰੈਲ ਨੂੰ ਲੱਗਣਾ। ਦੇਖੋ ਵੀ 23 ਅਪ੍ਰੈਲ ਦੇ ਵਿੱਚ ਲਗਭਗ ਅਜ ਮਹੀਨਾ ਪਿਆ, 3 ਹਫ਼ਤੇ ਪਏ ਆ। ਉਹ 23 ਅਪ੍ਰੈਲ ਵਾਲਾ ਜਿਹੜਾ ਕੈਂਪ ਆ ਜੀ ਵੀ ਉਹ ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ ਤੇ ਲੱਗਣਾ ਜੀ। ਹਾਂਜੀ, ਸੋ ਇਹ ਬਕਾਇਦਾ ਤੌਰ ਤੇ ਵਿਲੀਅਮਸ ਪਾਰਕਵੇ 1295 ਵਿਲੀਅਮਸ ਪਾਰਕਵੇ ਐਡਰੈਸ ਹੈਗਾ ਬਰੈਂਪਟਨ ਦੇ ਵਿੱਚ। ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ ਸਾਰਿਆਂ ਨੂੰ ਪਤਾ ਵੀ ਕਿੱਥੇ ਆ। ਇੱਕ ਹੋਰ ਸਰਵਿਸ ਹੁੰਦੀ ਸੀ ਓਪਨ ਹਾਊਸ ਦੀ, ਅਰਸ਼ ਵੀ ਉੱਥੇ ਨਾ ਹਫ਼ਤੇ ਦੇ ਵਿੱਚ 1 ਦਿਨ ਮਿਥ ਲੈਂਦੇ ਸੀਗੇ ਕੌਂਸੂਲੇਟ ਜਨਰਲ ਦੇ ਵਿੱਚ। ਉਦਣ ਫਿਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸੀ ਜਿਹੜੀਆਂ ਵੀ ਇੱਦਾਂ ਹੀ ਜਿਹੜੀਆਂ ਆਪਾਂ ਪਹਿਲਾਂ ਹੁਣ ਡਿਸਕਸ ਕੀਤੀਆਂ ਵੀ ਪਾਸਪੋਰਟ ਨਾਲ ਸੰਬੰਧਿਤ ਜੀ, ਵੀਜ਼ਾ ਨਾਲ ਸੰਬੰਧਿਤ ਜੀ, OCI ਨਾਲ ਸੰਬੰਧਿਤ ਜੀ, ਵੀ ਕੋਈ ਪਰਸਨਲ ਇੱਦਾਂ ਦੀ ਅੜਚਣ ਚੱਲ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਕੋਈ ਰੁਕਾਵਟ ਹੋਵੇ, ਇੱਦਾਂ ਦਾ ਜਿਹੜਾ ਕੋਈ ਮਤਲਬ ਟੈਕਨੀਕਲ ਇਸ਼ੂ ਆ ਉਹ ਫਿਰ ਉਹ ਉਸ ਕਹਿ ਲਓ ਵੀ ਸਪੈਸ਼ਲ ਓਪਨ ਹਾਊਸ ਦੇ ਵਿੱਚ ਐਡਰੈਸ ਕਰ ਲਿਆ ਜਾਂਦਾ। ਸੋ ਇਹਦੇ ਵਾਸਤੇ ਫਿਰ ਹੁਣ ਦੁਬਾਰਾ ਉਹ ਕੋਵਿਡ ਤੋਂ ਬਾਅਦ ਸਭ ਕੁਝ ਦੁਬਾਰਾ ਖੁੱਲ੍ਹ ਰਿਹਾ ਤੇ ਰਿਜ਼ਿਊਮ ਕੀਤਾ ਜਾ ਰਿਹਾ, ਓਪਨ ਹਾਊਸ ਕਹਿ ਲਓ ਵੀ ਉਹ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ। ਉਹ ਫਿਰ ਹੁਣ ਪਹਿਲਾਂ ਵਾਂਗੂ ਹਰੇਕ ਸ਼ੁੱਕਰਵਾਰ ਨਹੀਂ ਹੋਇਆ ਕਰੂਗਾ, ਹਰੇਕ ਬੁੱਧਵਾਰ ਹੋਇਆ ਕਰੂਗਾ, ਪਰ ਉੱਥੇ ਅੰਦਰ ਉਹਨਾਂ ਨੇ ਉਹਨੂੰ ਹੀ ਜਾਣ ਦੇਣਾ ਜਿਹਦੀ ਅਪੁਆਇੰਟਮੈਂਟ ਹੋਏਗੀ। ਹਾਂਜੀ, ਅਪੁਆਇੰਟਮੈਂਟ ਵਾਸਤੇ ਉਹਨਾਂ ਨੇ ਆਨਲਾਈਨ ਕੌਂਸੂਲੇਟ ਜਨਰਲ ਦੇ ਵੈਬਸਾਈਟ ਤੇ ਲਿੰਕ ਵੀ ਬਣਾ ਦਿੱਤਾ, ਉਸ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਤੇ ਰਜਿਸਟਰ ਹੋਣ ਤੋਂ ਬਾਅਦ ਚਲੇ ਨਹੀਂ ਜਾਣਾ ਉੱਥੇ। ਰਜਿਸਟਰ ਹੋਣ ਤੋਂ ਬਾਅਦ ਉਹ ਜਿੰਨਾ ਚਿਰ ਇਨਫੋਰਮੇਸ਼ਨ ਨਹੀਂ ਭੇਜਦੇ ਈਮੇਲ ਰਾਹੀਂ ਕਿ ਹਾਂਜੀ ਤੁਹਾਡੀ ਇੰਨੇ ਵਜੇ ਅਪੁਆਇੰਟਮੈਂਟ ਹੈਗੀ ਆ ਜੀ ਇਹ ਕੌਂਸਲਰ ਕੈਂਪ ਦੇ ਵਿੱਚ, ਜੇ ਨਹੀਂ ਤਾਂ ਵੀ ਇਹ ਜਿਹੜਾ ਓਪਨ ਹਾਊਸ ਦੇ ਵਿੱਚ ਤੁਹਾਡਾ ਜਿਹੜਾ ਇਸ਼ੂ ਤੁਸੀਂ ਦੱਸਿਆ ਇਹ ਐਡਰੈਸ ਕੀਤਾ ਜਾ ਸਕਦਾ, ਤੁਸੀਂ ਆ ਸਕਦੇ ਹੋ, ਆਪਣੀ ਆ ਕੇ ਗੱਲ ਕਰ ਲਓ। ਸੋ ਇਸ ਤਰ੍ਹਾਂ ਦੀ ਜਦੋਂ ਈਮੇਲ ਆ ਜਾਏਗੀ ਤੇ ਫਿਰ ਉੱਥੇ ਜਾਣਾ ਆਪਣਾ ਸਿਲਸਿਲਾ ਲੈ ਕੇ। ਤੇ ਉੱਦਾਂ ਹੀ ਬਹੁਤ ਵਾਰ ਲੋਕ ਭੈਣ ਭਰਾ ਕਈ ਵਾਰੀ ਇੱਥੋਂ ਚਲੇ ਜਾਂਦੇ ਚੁੱਪ ਕਰਕੇ, ਹੈ ਨਾ, ਉੱਥੇ ਪਹੁੰਚ ਕੇ ਜਦੋਂ ਲਾਈਨ ਦੇ ਵਿੱਚ ਉਹ ਅੰਦਰ ਨਹੀਂ ਜਾਣ ਦਿੰਦੇ ਤੇ ਫਿਰ ਸਾਨੂੰ ਫੋਨ ਕਰਦੇ ਜੀ ਹਾਂਜੀ ਹੁਣ ਅਸੀਂ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ। ਸੋ ਇਸ ਕਰਕੇ ਉਹਨਾਂ ਦੀਆਂ ਕਈ ਵਾਰੀ ਸਮੱਸਿਆਵਾਂ ਪਹਿਲਾਂ ਤਾਂ ਇਹ ਹੁੰਦੀਆਂ ਸੀਗੀਆਂ ਵੀ ਬਿਲਡਿੰਗ ਕੋਡ ਸੀਗਾ ਤੇ ਉਹ ਬਿਲਡਿੰਗ ਵਾਲੀ ਹੀ ਨਹੀਂ ਸੀ, ਮਤਲਬ ਉਹ ਵਾਕ ਇਨ ਸਰਵਿਸ ਜਿਹੜੀ ਉਹ ਅਲਾਊਡ ਹੀ ਨਹੀਂ ਸੀਗੀ ਉਸ ਪੂਰੀ ਬਿਲਡਿੰਗ ਦੇ ਵਿੱਚ ਉਹ ਕੋਵਿਡ ਕਰਕੇ। ਸੋ ਉਸ ਵੇਲੇ ਵੀ ਕਾਫੀ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਜੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਹੈ ਜੀ ਵੀ ਜਿਹੜਾ ਇਹ ਓਪਨ ਹਾਊਸ ਵੀ 30 ਮਾਰਚ ਤੋਂ ਫਿਰ ਹਰ ਬੁੱਧਵਾਰ ਲੱਗਿਆ ਕਰੇਗਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ। ਉਹਦੇ ਲਈ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਜ਼ਰੂਰੀ ਹੈ। ਤੇ ਜਿਹੜਾ ਕਾਉਂਸਲਰ ਕੈਂਪ ਇਹ ਬਰੈਂਪਟਨ ਦੇ ਵਿੱਚ ਲੱਗਣਾ, ਇਹ ਲੱਗਣਾ ਜੀ 23 ਅਪ੍ਰੈਲ ਨੂੰ। ਸੋ ਇੱਕ ਲਾਸਟ ਵਾਈਂਡ ਅਪ ਕਰਦੇ ਜੀ, ਇੱਕ ਸਵਾਲ ਆਇਆ ਸਾਡਾ ਐਂਡ ਆਈ ਥਿੰਕ ਇਹ ਵੀ ਜੈਨੂਇਨ ਸਵਾਲ, ਜਿਨ੍ਹਾਂ ਨੇ ਵੀ ਵੀਜ਼ੇ ਲਵਾਏ ਸੀ ਦਸੰਬਰ ਤੋਂ ਪਹਿਲਾਂ ਜਦੋਂ ਇਹ
ਲਾਕਡਾਊਨ ਜਿਹੜਾ ਦੂਸਰਾ ਵਾਰ ਲੱਗਾ ਸੀ ਤੋਂ ਚਾਹੇ ਉਹ ਵਰਕ ਵੀਜ਼ਾ ਹੋਵੇ ਚਾਹੇ ਉਹ ਵਿਜ਼ਿਟਰ ਹੋਵੇ ਹੁਣ ਉਹਨਾਂ ਨੇ ਨਵਾਂ ਸਿਸਟਮ ਕਰਤਾ ਰਾਈਟ ਲਾਈਕ ਇਲੈਕਟ੍ਰੀਕਲ ਤੇ ਕੀ ਉਹਨਾਂ ਨੂੰ ਦੁਬਾਰਾ ਲਾਉਣੀ ਚਾਹੀਦੀ ਹੈ ਫਾਈਲ ਕਿ ਉਹੀ ਫਾਈਲ ਦੀ ਵੇਟ ਕਰਨੀ ਚਾਹੀਦੀ ਉਹਨਾਂ ਨੂੰ ਕਿ ਉਹ ਹੁਣ ਬੰਦੇ ਨੂੰ ਦੁਬਾਰਾ ਕਰਨਾ ਚਾਹੀਦਾ ਕਿ ਵੇਟ ਕਰ ਲੈਣਾ ਚਾਹੀਦਾ ਸਵਾਲ ਹੈ ਇਹ ਮਤਲਬ ਮੈਨੂੰ ਲੱਗ ਰਿਹਾ ਵੀ ਕੁਐਸਚਨ ਇਹ ਇੰਡੀਅਨ ਵੀਜ਼ਾ ਬਾਰੇ ਨਹੀਂ ਕੈਨੇਡੀਅਨ ਵੀਜ਼ਾ ਬਾਰੇ ਹੈ ਨਾ ਓਕੇ ਠੀਕ ਆ ਸੋ ਇਸ ਤਰ੍ਹਾਂ ਜੀ ਵੀ ਆਪਸ਼ਨ ਤਾਂ ਪੇਪਰ ਐਪਲੀਕੇਸ਼ਨ ਦੀ ਉਹਨਾਂ ਨੇ ਕੋਈ ਵੀ ਰਿਮੂਵ ਨਹੀਂ ਕੀਤੀ ਪਰ ਪ੍ਰੈਫਰ ਕੀਤਾ ਜਾ ਰਿਹਾ ਵੀ ਮੈਜੋਰਿਟੀ ਲੋਕ ਜੇ ਉਹਨਾਂ ਨੂੰ ਕੋਈ ਇੰਟਰਨੈਟ ਯੂਜ਼ ਕਰਨ ਦੀ ਜਾਂ ਲੈਂਗੁਏਜ ਦੀ ਜਾਂ ਹੋਰ ਕੋਈ ਟੈਕਨੀਕਲ ਇਦਾਂ ਦਾ ਇਸ਼ੂ ਬਹਾਨਾ ਨਹੀਂ ਆ ਤੇ ਆਮ ਹਾਲਤਾਂ ਦੇ ਵਿੱਚ ਵੱਧ ਤੋਂ ਵੱਧ ਉਹ ਚਾਹੁੰਦੇ ਵੀ ਆਨਲਾਈਨ ਅਪਲਾਈ ਕੀਤਾ ਜਾਏ ਤੇ ਇਲੈਕਟ੍ਰੋਨਿਕਲੀ ਜਿਹੜੀ ਮਤਲਬ ਸਬਮਿਟ ਕੀਤੀ ਹੋਈ ਐਪਲੀਕੇਸ਼ਨ ਆ ਇੱਕ ਤੇ ਉਹਦੀ ਪ੍ਰੋਸੈਸਿੰਗ ਤੇਜ਼ ਆ ਹਨਾ ਬੜੀ ਫਾਸਟ ਉੱਤੇ ਡਿਸੀਜਨ ਜਿਹੜਾ ਉਹ ਬਣਾਇਆ ਜਾ ਸਕਦਾ ਪੇਪਰ ਜਿਹੜੀ ਐਪਲੀਕੇਸ਼ਨ ਤੁਸੀਂ ਫਾਈਲ ਕਰਦੇ ਹੋ ਉਹਨੂੰ ਫਿਰ ਸਮਾਂ ਲੱਗਦਾ ਜਿਵੇਂ ਕਿ ਪਹਿਲਾਂ ਪ੍ਰੋਸੈਸਿੰਗ ਟਾਈਮ ਉਹਦਾ ਸੀਗਾ ਹੀ ਹਨਾ ਸੋ ਉਸ ਲਿਹਾਜ਼ ਨਾਲ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਜਿਨ੍ਹਾਂ ਨੇ ਆਉਣ ਵਾਸਤੇ ਅਪਲਾਈ ਕੀਤਾ ਸੀਗਾ ਇਹ ਡਿਪੈਂਡ ਕਰਦਾ ਵੀ ਉਹਨਾਂ ਦਾ ਜਿਹੜਾ ਆਉਣ ਦਾ ਰੀਜ਼ਨ ਸੀਗਾ ਵੀ ਉਹ ਰੀਜ਼ਨ ਕੀ ਅਜੇ ਵੀ ਉਹੀ ਆ ਕਿ ਜਾਂ ਇੰਨਾ ਕੁ ਸਮਾਂ ਅਪਲਾਈ ਕੀਤੇ ਨੂੰ ਹੋ ਗਿਆ ਵੀ ਜਿਸ ਕੰਮ ਲਈ ਇੱਥੇ ਉਹਨਾਂ ਨੇ ਆਉਣਾ ਸੀਗਾ ਉਹਦਾ ਤਰੀਕ ਸਮਾਂ ਹੀ ਲੰਘ ਚੁੱਕਾ ਹੈ ਜੀ ਸੋ ਇਸ ਤਰ੍ਹਾਂ ਫਿਰ ਕੋਈ ਸੈਂਸ ਨਹੀਂ ਬਣਦੀ ਵੀ ਜੇ ਉਹ ਤਰੀਕ ਸਮਾਂ ਹੀ ਲੰਘ ਚੁੱਕਾ ਤੇ ਫਿਰ ਤੇ ਨਵਾਂ ਹਰ ਹਾਲ 'ਚ ਅਪਲਾਈ ਕਰਨਾ ਪਏਗਾ ਹੈ ਨਾ ਸੋ ਇਹ ਕੇਸ ਟੂ ਕੇਸ ਆਪੋ ਆਪਣੀ ਸਿਚੁਏਸ਼ਨ ਦੇ ਵਿੱਚ ਭੈਣ ਭਰਾ ਦੇਖ ਲੈਣਗੇ ਇਹ ਨੇ ਜਨਰਲ ਜਾਣੀ ਕਿ ਵੀ ਇਹ ਜੇ ਵਿਜ਼ਿਟਰ ਵੀਜ਼ਾ ਦੇ ਆਉਣ ਦਾ ਰੀਜ਼ਨ ਬਾਕੀ ਨਹੀਂ ਬਚਿਆ ਤੇ ਫਿਰ ਨਵੇਂ ਸਿਰੇ ਤੋਂ ਹੀ ਵੈਸੇ ਉਹ ਐਪਲੀਕੇਸ਼ਨ ਹੁਣ ਨਵੇਂ ਸਿਰੇ ਤੋਂ ਮੰਗ ਰਹੇ ਨੇ ਵੀ ਜਿਨ੍ਹਾਂ ਨੂੰ ਇੰਨਾ ਸਮਾਂ ਹੋ ਗਿਆ ਸ਼ਾਇਦ ਪਿੱਛੇ ਸਤੰਬਰ ਮਹੀਨੇ ਤੋਂ ਇਸ ਤਰ੍ਹਾਂ ਦੀ ਅਨਾਉਂਸਮੈਂਟ ਜਿਹੜੀ ਆ ਗਈ ਸੀਗੀ ਜੀ ਜਦੋਂ ਇੱਕ ਲਾਸਟ ਕਾਲ ਲੈ ਲੈਣੇ ਆ ਫਿਰ ਆਪਾਂ ਵਾਈਂਡ ਅਪ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਅਸੀਂ ਗੌਰ ਸਾਹਿਬ ਦੀ ਇੱਕ ਗੱਲ ਮੈਂ ਪੁੱਛਣੀ ਸੀ ਵੀ ਮਤਲਬ ਗਵਰਨਮੈਂਟ ਦੀ ਕੀ ਪਾਲਿਸੀ ਆ ਬਈ ਜਿਹੜੇ ਤੇ ਇੱਥੋਂ ਦੇ ਮਤਲਬ ਸਿਟੀਜ਼ਨ ਆ ਸੀਨੀਅਰ ਆ ਰਿਟਾਇਰ ਹੋ ਗਏ ਆ ਉਹਨਾਂ ਨੂੰ ਤੇ 1200 ਕਿੰਨੇ ਪੈਨਸ਼ਨ ਦਿੰਦੇ ਆ ਜਿਹੜੇ ਰਿਫਿਊਜੀ ਆਏ ਆ ਉਹਨਾਂ ਨੂੰ 2400 ਰੁਪਈਆ ਗ੍ਰਾਂਟ ਦੇ ਜਾਂਦੇ ਆ ਤੇ ਕੀ ਚੱਕਰ ਹੈ ਜਿਨ੍ਹਾਂ ਨੇ ਇੰਨਾ ਟੈਕਸ ਦਿੱਤਾ 35-36 ਸਾਲ ਉਹਨਾਂ ਨੂੰ 40 ਸਾਲ ਉਹਨਾਂ ਨੂੰ ਪੈਨਸ਼ਨ ਵੀ ਥੋੜੀ ਤੇ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਇੰਨੇ ਮਤਲਬ ਜਿਹੜਾ ਕੰਪਨਸੇਟ ਕਰਦੇ ਇਹਦੇ ਬਾਰੇ ਕੀ ਸਰਕਾਰ ਦਾ ਵਿਊ ਹੈ ਜੀ ਠੀਕ ਹੈ ਜੀ ਵੈਸੇ ਬਹੁਤ ਮਿਹਰਬਾਨੀ ਇਹ ਕਈ ਵਾਰੀ ਅਰਸ਼ਨਾ ਭੈਣ ਭਰਾ ਗੱਲ ਸੁਣ ਕੁਛ ਹੋਰ ਲੈਂਦੇ ਆ ਤੇ ਫੈਕਚੁਅਲ ਟਰੁੱਥ ਕੁਝ ਡਿਫਰੈਂਟ ਹੁੰਦਾ ਜੀ ਉਹ ਸੁਣੀ ਸੁਣਾਈ ਆਪਾਂ ਕਈ ਵਾਰੀ ਇਸ ਤਰ੍ਹਾਂ ਵੀ ਲੱਗਦੀ ਆ ਆਪਾਂ ਨੂੰ ਜ਼ਿਆਦਾ ਕਹ ਲਓ ਵੀ ਨਹੀਂ ਗੱਲ ਚੰਗੀ ਲੱਗਦੀ ਪਈ ਜਦੋਂ ਇਸ ਤਰ੍ਹਾਂ ਦਾ ਨੰਬਰ ਕੋਈ ਸੁਣੀਏ ਪਰ ਅਸਲ ਦੇ ਵਿੱਚ ਜਾਣੀ ਫੈਕਟਸ ਜਿਹੜੇ ਆ ਉਹ ਡਿਫਰੈਂਟ ਹੋ ਸਕਦੇ ਆ ਵੀ ਹੁਣ ਕਿਸੇ ਨੂੰ 2400 ਕਿਉਂ ਮਿਲ ਰਿਹਾ ਵੀ ਉਹ ਕਿੰਨੇ ਜੀ ਆ ਕਿੰਨੇ ਬੱਚੇ ਆ ਉਹ ਕਈ ਤਰ੍ਹਾਂ ਦੇ ਫੈਕਟਰ ਹੋ ਸਕਦੇ ਆ ਬਟ ਇਨ ਜਨਰਲ ਵੀ ਰੈਫਿਊਜੀਜ਼ ਦੇ ਲਈ ਵੀ ਇੰਨਾ ਵੀ ਨਹੀਂ ਭਾਂਡਾ ਖੁੱਲ੍ਹਾ ਰੱਖਿਆ ਹੋਇਆ ਇਹ ਠੀਕ ਆ ਵੀ ਜਿਹੜੇ ਬੰਦੇ ਨੇ ਆ ਕੇ ਕਹਿ ਹੀ ਦਿੱਤਾ ਵੀ ਮੈਂ ਤੇ ਮਾਰਿਆ ਜਾਊਂਗਾ ਵੀ ਇਹ ਇਹੋ ਜਿਹੇ ਲੋੜਵੰਦ ਲੋਕਾਂ ਦਾ ਆਸਰਾ ਸਦਾ ਇਹ ਕੈਨੇਡਾ ਮੁਲਕ ਜਿਹੜਾ ਬਣ ਕੇ ਰਿਹਾ ਤੇ ਔਰ ਮੈਂ ਚਾਹੂੰਗਾ ਵੀ ਜਿਨ੍ਹਾਂ ਲੋਕਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਜੇ ਉਹਨਾਂ ਦੀ ਜੇਬ ਵਿੱਚ ਹੁਣ ਸਭ ਕੁਝ ਪੈ ਚੁੱਕਾ ਆ ਵੀ PR ਵੀ ਪੈ ਚੁੱਕਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਪੈ ਚੁੱਕੀ ਆ ਤੇ ਹੁਣ ਖੁਦ ਉਹ ਤੰਗ ਦਿਲ ਇੰਨੇ ਨਾ ਹੋ ਜਾਣ ਵੀ ਨਵੇਂ ਆ ਰਹੇ ਲੋਕਾਂ ਨੂੰ ਜਾਣੀ ਅਸੀਂ ਖਾਂਦਿਆਂ ਦੇਖ ਕੇ ਖੁਸ਼ ਨਾ ਹੋਈਏ ਹਾਂਜੀ ਵੀ ਉਹਨਾਂ ਦਾ ਵੀ ਜੇ ਕੁਝ ਬਣ ਰਿਹਾ ਤੇ ਵੀ ਆਪਾਂ ਸਦਾ ਆਪਣਾ ਉਹ ਸਮਾਂ ਯਾਦ ਰੱਖੀਏ ਜਦੋਂ ਅਸੀਂ ਵੀ ਅਜੇ ਇੱਥੇ ਆਉਣ ਲਈ ਇੱਕ ਦਿਨ ਤਰਸਦੇ ਹੁੰਦੇ ਸੀਗੇ ਅਸੀਂ ਵੀ ਇੱਥੇ ਆਉਣ ਲਈ ਅਰਦਾਸਾਂ ਕਰਦੇ ਹੁੰਦੇ ਸੀਗੇ ਸੁਖਣਾ ਸੁੱਖਦੇ ਹੁੰਦੇ ਸੀਗੇ ਕਦੇ ਅਸੀਂ ਮਤਲਬ ਲੈ ਕੇ ਕੜਾਹ ਦਾ ਖੀਰ ਦਾ ਕਲਮੰਡਲ ਕਿਸੇ ਪਾਸੇ ਨੂੰ ਜਾਂਦੇ ਸੀ ਕਦੇ ਕਿਤੇ ਅਰਦਾਸਾਂ ਕਰਨ ਜਾਂਦੇ ਸੀ ਜਿਹੜੇ ਭੈਣ ਭਰਾਵਾਂ ਵਿਅਕਤੀਆਂ ਨੂੰ ਆਪਣਾ ਉਹ ਸਮਾਂ ਯਾਦ ਰਹਿੰਦਾ ਉਹਨਾਂ ਨੂੰ ਆਮ ਤੌਰ ਤੇ ਇੱਥੇ ਕੈਨੇਡਾ 'ਚ ਆ ਕੇ ਕੈਨੇਡਾ ਦੀ ਭੱਲ ਵੀ ਪਚਦੀ ਰਹਿੰਦੀ ਆ ਵੀ ਉਹ ਸੋਹਣਾ ਆਪਣਾ ਜੀਵਨ ਕਈ ਵਾਰੀ ਸਿਰਜ ਲੈਂਦੇ ਨੇ ਤੇ ਸਿਰਜ ਲੈਂਦੀਆਂ ਨੇ ਪਰ ਜਿਹੜੇ ਜਾਣੀ ਕਿ ਵੀ ਸਮਾਂ ਬਦਲਦਿਆਂ ਤੁਰੰਤ ਉਹਨਾਂ ਦੇ ਦਿਮਾਗ ਦੀ ਹਾਲਤ ਬਦਲ ਜਾਂਦੀ ਆ ਤੇ ਦਿਮਾਗ ਕਈ ਵਾਰੀ ਖਰਾਬ ਤੇ ਖਟਪਟਾ ਹੋ ਜਾਂਦਾ ਅਟਪਟਾ ਉਹ ਫਿਰ ਜਾਣੀ ਕਿ ਆਪਣੀਆਂ ਕਾਰਸਤਾਨੀਆਂ ਦੇ ਨਾਲ ਆਪਣੇ ਖੀਸੇ ਭਰਨ ਲਈ ਕੈਨੇਡਾ ਦਾ ਸਤਿਆਨਾਸ਼ ਘੁਣ ਤੇ ਸਿਉਂਕ ਬਣ ਕੇ ਕਰਦੇ ਤੇ ਕਰਦੀਆਂ ਸੋ ਇਸ ਤਰੀਕੇ ਦੀ ਜਿਹੜੀ ਆਪਾਂ ਮਤਲਬ ਪ੍ਰਸਤ ਖੁਦਗਰਜ਼ ਮਾਨਸਿਕਤਾ ਨਹੀਂ ਰੱਖਣੀ ਹੈ ਆਪਾਂ ਉਸ ਕੌਮ ਵਿੱਚੋਂ ਨਹੀਂ ਹੈ ਆਪਾਂ ਕੌਮ ਉਹ ਹੈ ਜਿਹੜੇ ਦੱਬੇ ਕੁਚਲਿਆਂ ਦੇ ਸਦਾ ਕੰਮ ਆਉਂਦੀ ਹੈ ਸੋ ਅਸੀਂ ਖੁਦ ਉੱਥੋਂ ਆ ਕੇ ਜੇ ਅੱਜ ਰਿਫਿਊਜੀਆਂ ਦੇ ਖਿਲਾਫ ਬੋਲਾਂਗੇ ਤੇ ਮੈਂ ਨਹੀਂ ਸਮਝਾਂਗਾ ਕਿ ਸਾਡੇ ਪੱਖ ਤੋਂ ਇਹ ਉਚਿਤ ਗੱਲ ਹੋਏਗੀ ਪਹਿਲੀ ਗੱਲ ਤਾਂ ਇਹ ਹੈ ਦੂਸਰਾ ਕੈਨੇਡਾ ਨੰਬਰ 1 ਦੇਸ਼ ਦੁਨੀਆ ਦਾ ਇੰਨੇ ਕਮਲੇ ਲੋਕਾਂ ਦਾ ਦੇਸ਼ ਨਹੀਂ ਹੈਗਾ ਐਵੇਂ ਹੀ ਆਪਣਾ ਖਜ਼ਾਨਾ ਲੁਟਾਈ ਜਾਣਗੇ ਰੈਸਟ ਅਸ਼ੋਰਡ ਠੀਕ ਹੈ
ਰਿਫਿਊਜੀਆਂ ਨੂੰ ਕੈਨੇਡੀਅਨ ਗਵਰਨਮੈਂਟ ਉਹਨਾਂ ਕੁਝ ਨਹੀਂ ਦੇ ਰਹੀ ਜਿੰਨਾ ਕਿ ਆਮ ਜਿੱਦਾਂ ਇੱਥੇ ਕੋਈ ਬੈਠਾ ਆ ਬਥੇਰੇ ਤੁਹਾਨੂੰ ਇੱਥੇ ਲੋਕ ਟੱਕਰ ਜਾਣਗੇ, ਸਾਡੇ ਆਪਣੇ ਚੋਂ ਹੀ ਲੋਕ, ਆਪਣੇ ਵਿੱਚੋਂ ਹੀ ਲੋਕ ਤੁਹਾਨੂੰ ਜਿਹੜੇ ਵੈਲਫੇਅਰਾਂ ਲੈ ਰਹੇ ਤੇ ਲੈ ਰਹੀਆਂ ਆ, ਹਨਾ। ਮਤਲਬ ਹੁਣ ਪਤਾ ਨਹੀਂ ਵੀ ਆਪਾਂ ਆਏ ਕਿਹੜੇ ਕੰਮ ਸੀ ਤੇ ਕਰ ਕਿਹੜੇ ਕੰਮ ਰਹੇ ਆ, ਵੀ ਕਿਹੜੀ ਐਡੀ ਮਜਬੂਰੀ ਹੋ ਗਈ ਵੀ ਅਸੀਂ ਵੈਲਫੇਅਰ ਤੇ ਸਾਰੀ ਉਮਰ ਬੈਠੇ ਰਹੀਏ। ਇਸ ਮੁਲਕ ਨੂੰ ਚਰੁੰਡਣ ਤੇ ਕੋਈ ਆਉਂਦਾ ਨਹੀਂ ਆ। ਪਰ ਦੂਸਰੇ ਪਾਸੇ ਬੜਾ ਜੈਨੂਅਨ ਜਿਹਾ ਰਿਫਿਊਜੀਜ਼ ਨੂੰ ਜਿਹੜਾ ਜੀ ਵੀ ਉਹ ਮੰਥਲੀ ਗੁਜ਼ਾਰਾ ਕਰਨ ਜੋਗਾ ਮਿਲਦਾ ਪੱਤਾ, ਉਡੀਕ ਦੇ ਰਿਫਿਊਜੀ ਵੀ ਰਹਿੰਦੇ ਆ ਵੀ ਸਾਨੂੰ ਵਰਕ ਪਰਮਿਟ ਮਿਲੇ ਤੇ ਅਸੀਂ ਕੰਮ ਕਰੀਏ। ਸੋ ਇਸ ਕਰਕੇ ਇਹ ਨਿੱਕੇ ਨਿੱਕੇ ਛੋਟੇ ਛੋਟੇ ਲੋਕ ਜਿਹੜੇ ਵਿਚਾਰੇ ਆਪਣਾ ਗੁਜ਼ਾਰਾ ਕਰਦੇ ਨੇ ਤੰਗੀਆਂ ਤੁਰਸ਼ੀਆਂ ਦੇ ਵਿੱਚ, ਉਹਨਾਂ ਵੱਲ ਬਾਲਾ ਦੇਖਣ ਦੀ ਲੋੜ ਨਹੀਂ ਹੈ। ਆਓ ਜਰਾ ਹਿਰਦਾ ਵੱਡਾ ਕਰੀਏ। ਕੈਨੇਡਾ ਵਗਦਾ ਸਮੁੰਦਰ, ਇਹਨਾਂ ਨੇ ਹਿਰਦਾ ਵੱਡਾ ਕੀਤਾ। ਇਹਨਾਂ ਨੂੰ ਆ ਕੇ ਇੱਥੇ ਲੋਕ ਚਰੂੰਡਦੇ ਤੇ ਚਰੂੰਡਦੀਆਂ, ਜਿੰਨਾ ਕਿ ਕਿਸੇ ਦੇ ਚੁੰਝ 'ਚ ਪੈ ਸਕਦਾ, ਕੋਈ ਘੱਟ ਨਹੀਂ ਕਰਦਾ ਤੇ ਘੱਟ ਨਹੀਂ ਕਰਦੀ। ਪਰ ਫਿਰ ਵੀ ਇਹ ਵੱਡੇ ਦਿਲ ਵਾਲੇ ਲੋਕਾਂ ਨੇ ਕਦੀ ਪਰਵਾਹ ਨਹੀਂ ਕੀਤੀ ਤੇ ਪ੍ਰਮਾਤਮਾ ਇਹਨਾਂ ਨੂੰ ਹੋਰ ਦੇ ਰਿਹਾ। ਸੋ ਤਦ ਕਰਕੇ ਕਦੇ ਵੀ ਆਪਣੀ ਸੰਕੀਰਨ ਬੁੱਧੀ 'ਚ ਅਸੀਂ ਨਹੀਂ ਸੋਚਣਾ। ਇਹ ਲੋਕ ਬਹੁਤ ਸਿਆਣੇ ਨੇ, ਸਾਡੇ ਨਾਲੋਂ ਬਹੁਤ ਅੱਗੇ ਨੇ। ਨੰਬਰ 1 ਮੁਲਕ ਉਹਨਾਂ ਨੇ ਆਪਣੀ ਸੋਚ ਤੇ ਸਿਆਣਪ ਨਾਲ ਬਣਾਇਆ। ਅੱਜ ਆ ਕੇ ਮਗਰੋਂ ਸਦੀਆਂ ਬਾਅਦ ਜੇ ਅਸੀਂ ਕਹੀਏ ਵੀ ਅਸੀਂ ਇਹਨਾਂ ਨਾਲੋਂ ਵੱਧ ਸਿਆਣੇ ਹੋ ਗਏ, ਹੋਵਾਂਗੇ, ਪਰ ਇਹ ਨਾ ਕਹੀਏ ਵੀ ਇਹ ਸਾਡੇ ਨਾਲੋਂ ਘੱਟ ਸਿਆਣੇ ਹੋ ਗਏ। ਠੀਕ ਹੈ, ਅਸੀਂ ਹੋਵਾਂਗੇ ਵੱਧ ਸਿਆਣੇ। ਅਸੀਂ ਉਦੋਂ ਤੱਕ ਆਪਣੇ ਆਪ ਨੂੰ ਘੱਟ ਸਿਆਣੇ ਸਮਝਦੇ ਹਾਂ ਜਦੋਂ ਤੱਕ ਅਜੇ ਇੱਥੇ ਏਅਰਪੋਰਟ ਤੋਂ ਨਿਕਲ ਕੇ ਟੈਚੀ ਰੱਖੇ ਨਹੀਂ। ਟੈਚੀ ਰੱਖ ਲਈ ਤੇ ਸਾਡੀ ਬੁੱਧੀ ਇਹਨਾਂ ਨਾਲੋਂ ਵੱਡੀ ਹੋ ਗਈ ਤੇ ਫਿਰ ਇਹਨਾਂ 'ਚ ਸਾਨੂੰ ਨੁਕਸ ਵੀ ਨਜ਼ਰ ਆ ਗਏ। ਜਿੰਨਾ ਚਿਰ ਅਜੇ ਆਪਾਂ ਦਿੱਲੀ ਏਅਰਪੋਰਟ ਤੇ ਹੀ ਆ ਉਹਨਾਂ ਚਿਰ ਸਾਨੂੰ ਇਹਨਾਂ 'ਚ ਕੋਈ ਨੁਕਸ ਨਜ਼ਰ ਨਹੀਂ ਆਇਆ। ਸੋ ਤਦ ਕਰਕੇ ਹੁਣ ਤੁਸੀਂ ਮੈਨੂੰ ਦੱਸੋ, ਬਿਹਾਰ ਤੋਂ ਤੇ ਯੂਪੀ ਤੋਂ ਕੋਈ ਪੰਜਾਬ ਆਵੇ ਤੇ ਉਹ ਪੰਜਾਬ ਦੇ ਲੋਕਾਂ ਦੇ ਨੁਕਸੇ ਹੀ ਕੱਢੀ ਜਾਵੇ, ਤੁਹਾਨੂੰ ਜੀਣਾ ਨਹੀਂ ਆਉਂਦਾ, ਕਿੱਦਾਂ ਲੱਗੂ ਤੁਹਾਨੂੰ? ਉਹ ਕਿੱਦਾਂ ਮਹਿਸੂਸ ਕਰੋਗੇ? ਸੋ ਇਸ ਕਰਕੇ ਥੋੜਾ ਜਿਹਾ ਯਾਦ ਰੱਖੀਏ ਵੀ ਸਾਡੇ ਆਉਣ ਤੋਂ ਪਹਿਲਾਂ ਇਸ ਮੁਲਕ ਨੂੰ ਇੱਥੇ ਆਉਣ ਜੋਗਾ ਸਾਡੇ ਵੀ ਸਾਨੂੰ ਉੱਥੇ ਬੈਠਿਆਂ ਬੜੀ ਕਾਹਲੀ ਪਈ ਵੀ ਚੱਲੀਏ ਨੰਬਰ 1 ਮੁਲਕ ਹੈ। ਇਹਨੂੰ ਨੰਬਰ 1 ਕਿਸੇ ਨੇ ਬਣਾਇਆ ਸੀ ਤੇ ਅਸੀਂ ਬਸ ਉਹ ਗੱਲ ਯਾਦ ਰੱਖੀਏ। ਗੱਲ ਤੇ ਇਹਨਾਂ ਦੇ ਨੁਕਸ ਨਾ ਕੱਢੀਏ। ਇੰਨੇ ਕਮਲੇ ਨਹੀਂ ਹੈਗੇ ਵੀ ਰਿਫਿਊਜੀਆਂ ਨੂੰ ਆਪਣਾ ਮੁਲਕ ਲੁਟਾ ਦੇਣਗੇ। ਆਲਰਾਈਟ ਜੋਸ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ।